ਲੁਧਿਆਣਾ ਦੇ ਬਹੁ ਕਰੋੜੀ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ 'ਚ ਸਾਬਕਾ ਖੁਰਾਕ ਮੰਤਰੀ ਭਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਲੁਧਿਆਣਾ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਮਾਮਲੇ ਦੇ ਵਿੱਚ 7 ਤਰੀਕ ਨੂੰ ਬਹਿਸ ਹੋਈ ਸੀ। 1.5 ਘੰਟਾ ਬਹਿਸ ਹੋਣ ਤੋਂ ਬਾਅਦ ਅਦਾਲਤ ਨੇ ਫੈਸਲਾ ਰੱਖਿਆ ਸੀ, ਜਿਸ ਤੋਂ ਬਾਅਦ ਜੱਜ ਨੇ ਆਸ਼ੂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ, ਜਿਸ ਦੀ ਸਰਕਾਰੀ ਵਕੀਲ ਨੇ ਪੁਸ਼ਟੀ ਕਰ ਦਿੱਤੀ ਹੈ। ਇਸ ਮਾਮਲੇ 'ਚ ਆਸ਼ੂ ਦੇ ਇੱਕ ਹੋਰ ਸਾਥੀ ਇੰਦਰਜੀਤ ਇੰਦੀ ਦੀ ਵੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਮਾਮਲੇ 'ਚ ਸਰਕਾਰੀ ਵਕੀਲ ਨੇ ਕਿਹਾ ਕਿ ਆਸ਼ੂ ਤੇ ਉਸ ਦੇ ਸਾਥੀ ਦੀ ਬੇਲ ਰੱਦ ਹੋ गई है। उन्होंने दस्सिया कि मामला हले सुनवाई दौर ते है, इस करके हले उसनू राहत नहीं दी गई है। उन्होंने दस्सिया कि मामले विच हले जांच चल रही है अते इसे आधार करके ही जमानत अर्जी रद्द कर दी गई है। उन्होंने कहा कि मामले 'ਚ फिलहाल भरत भूषण आशू ਅਤੇ ਤੇਲੂ ਰਾਮ ਦੋਵੇਂ ਹੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ। ਇਸ 'ਚ ਫਿਲਹਾਲ ਕੋਰਟ ਦੀ ਕਾਰਵਾਈ ਪਹਿਲਾਂ ਦੀ ਤਰ੍ਹਾਂ ਹੀ ਚਲੇਗੀ ਤੇ ਹੁਣ ਭਰਤ ਭੂਸ਼ਣ ਆਸ਼ੂ ਦੇ ਕੋਲ ਹਾਈ ਕੋਰਟ ਦਾ ਹੀ ਵਿਕਲਪ ਹੈ। FIR ਨੰਬਰ 11 ਮਿਤੀ 16/2022 ਅਧੀਨ ਧਾਰਾ 409 420 467 468 471 120 BIPC ਧਾਰਾ 7 8 12 13 2 ਜਿਹੜੀ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਹੈ, ਉਹਦੇ ਤਹਿਤ ਥਾਣਾ ਵਿਜੀਲੈਂਸ ਬਿਊਰੋ ਮੁਕੱਦਮਾ ਦਰਜ ਹੋਇਆ ਸੀ, ਜਿਹਦੇ ਵਿੱਚ ਮੌਜੂਦਾ ਜਿਹੜੇ ਮੁਲਜ਼ਮ ਭਾਰਤ ਭੂਸ਼ਣ ਆਸ਼ੂ ਜੀ ਮੁੱਖ ਆਰੋਪੀ ਨੇ ਉਸ ਮੁਕੱਦਮੇ ਦੇ। ਇਹਦੇ ਨਾਲ ਇੱਕ ਤੇਲੂ ਰਾਮ ਨਾਂ ਦਾ ਜਿਹੜਾ ਠੇਕੇਦਾਰ ਸੀ, ਉਹ ਵੀ ਬਤੌਰ ਮੁਲਜ਼ਮ ਜਿਹੜਾ ਹੈਗਾ ਇਸ ਮੁਕੱਦਮੇ ਦੇ ਵਿੱਚ ਸ਼ਾਮਲ ਸੀਗਾ। ਦੋਨੋਂ ਹੀ ਹੁਣ ਤੱਕ ਜਿਹੜੇ ਹੈਗੇ ਦੋਨੋਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਹ ਬੰਦ ਨੇ। ਮਿਤੀ 7 ਜਿਹੜੀ ਪਰਸੋਂ ਦੀ ਤਰੀਕ ਸੀ, ਉਸ ਦਿਨ ਭਾਰਤ ਭੂਸ਼ਣ ਆਸ਼ੂ ਜੀ ਦੀ ਬੇਲ ਦੀ ਸੁਣਵਾਈ ਸ਼੍ਰੀ ਅਜੀਤ ਅਤਰੀ ਡਾਕਟਰ ਅਜੀਤ ਅਤਰੀ ਜਿਹੜੇ ਸਪੈਸ਼ਲ ਜੱਜ ਹੈ, ਉਹਨਾਂ ਦੀ ਕੋਰਟ ਦੇ ਵਿੱਚ ਇਹਨਾਂ ਦੀ ਬੇਲ ਦੀ ਸੁਣਵਾਈ ਹੋਈ ਸੀ। ਔਰ ਡਿਫੈਂਸ ਦੀ ਜਿਹੜੀ ਉਹਨਾਂ ਦੇ ਪੱਖ ਦੇ ਜਿਹੜੇ ਵਕੀਲ ਸਾਹਿਬਾਨ ਸੀਗੇ, ਉਹਨਾਂ ਵੱਲੋਂ ਤੇ ਸਰਕਾਰੀ ਪੱਖ ਵੱਲੋਂ ਜਿਹੜੀ ਹੈਗੀ ਲੈਂਥੀ ਆਰਗੂਮੈਂਟਸ ਕੀਤੇ ਗਏ ਸੀ। ਰਿਕਾਰਡ ਦੇ ਬੇਸਿਸ ਦੇ ਉੱਤੇ ਕਾਫੀ ਲੈਂਥੀ ਆਰਗੂਮੈਂਟਸ ਹੋਏ ਸੀ। 7 ਤਰੀਕ ਨੂੰ ਬਹਿਸ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਜਿਹੜਾ ਹੈਗਾ ਆਪ ਦਾ ਜਿਹੜਾ ਫੈਸਲਾ ਇਸ ਜ਼ਮਾਨਤ ਦੀ ਅਰਜ਼ੀ 'ਤੇ ਰਾਖਵਾਂ ਰੱਖ ਲਿਆ ਗਿਆ ਸੀ। ਔਰ ਅੱਜ ਜੋ ਮਾਣਯੋਗ ਅਦਾਲਤ ਵੱਲੋਂ ਜਿਹੜੀ ਹੈਗੀ ਹੈ ਭਾਰਤ ਭੂਸ਼ਣ ਆਸ਼ੂ ਜੀ ਦੀ ਬੇਲ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਗਈ। ਜਿਸ ਕੀ ਆਧਾਰ ਬਣਾਇਆ ਗਿਆ, ਜਿਵੇਂ ਕਿ ਦੇਖੋ ਇਹਦੇ ਵਿੱਚ ਬਹਿਸ ਦੇ ਦੌਰਾਨ ਤੇ ਉਸ ਤੋਂ ਪਹਿਲਾਂ ਜਦ ਜਿਹੜੀ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਜਿੰਨੀ ਵੀ ਤਫਤੀਸ਼ ਦੇ ਦੌਰਾਨ ਜਿਹੜੇ ਪੱਖ ਫਾਈਲ ਦੇ ਉੱਤੇ ਲਿਆਂਦੇ ਗਏ ਸੀ, ਉਹ ਸਾਰੇ ਹੀ ਕੋਰਟ ਨੂੰ ਜਿਹੜੇ ਹੈਗੇ ਆ ਉਦੋਂ ਸਰਕਾਰੀ ਪੱਖ ਵੱਲੋਂ ਕੋਰਟ ਦੇ ਅੱਗੇ ਪੇਸ਼ ਹੋ ਕੇ ਰੱਖੇ ਗਏ। ਔਰ ਕੋਰਟ ਵੱਲੋਂ ਉਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਹੀ ਇਹ ਅਦਾਲਤ ਜਿਹੜੀ ਜ਼ਮਾਨਤ ਦੀ ਅਰਜ਼ੀ ਦਾ ਫੈਸਲਾ ਕੀਤਾ ਹੈ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੇ ਭਾਰਤ ਭੂਸ਼ਣ ਆਸ਼ੂ ਜੀ ਦੇ PA ਮੰਨੇ ਜਾਂਦੇ ਜਿਹੜੇ ਮੀਨੂ ਮਲਹੋਤਰਾ, ਜਿਹਦੇ ਰਾਹੀਂ ਜਿਹੜੀ ਹੈਗੀ ਹੈ ਕਰਪਸ਼ਨ ਦੀ ਜਿਹੜੀ ਅਮਾਊਂਟ ਹੈ ਜਿਹੜੀ ਤੇਲੂ ਰਾਮ ਠੇਕੇਦਾਰ ਨੂੰ, ਜਿਹਨੂੰ ਕਿ ਬਤੌਰ 4 ਕਲਸਟਰ ਜਿਹੜੇ ਹੈਗੇ ਆ ਇਹਨਾਂ ਵੱਲੋਂ ਅਲਾਟ ਕੀਤੇ ਗਏ ਸੀਗੇ, ਉਹਦੇ ਬਦਲੇ RK ਸਿੰਗਲਾ ਜਿਹੜਾ ਚੀਫ ਵਿਜੀਲੈਂਸ ਕਮੇਟੀ ਦਾ ਜਿਹੜਾ ਚੇਅਰਮੈਨ ਸੀ, ਉਹਦੇ ਰਾਹੀਂ 20 ਲੱਖ ਰੁਪਏ ਦੇ ਲੈਣ ਦੇਣ ਦੇ ਸੰਬੰਧ ਦੇ ਵਿੱਚ ਜਿਹੜੀਆਂ ਹੈਗੀਆਂ ਸਾਰੀਆਂ ਗੱਲਾਂ ਨੂੰ ਬੇਸ ਬਣਾ ਕੇ ਆਧਾਰ ਬਣਾ ਕੇ ਮਾਣਯੋਗ ਅਦਾਲਤ ਵੱਲੋਂ ਇਹਦਾ ਫੈਸਲਾ ਕੀਤਾ। ਕਿਉਂਕਿ ਹਜੇ ਜਿਹੜਾ ਮੌਜੂਦਾ ਕੇਸ ਹੈ ਉਹ ਹਜੇ ਸ਼ੁਰੂਆਤੀ ਸਟੇਜ ਦੇ ਵਿੱਚ ਹੈ। ਅਦਾਲਤ ਨੇ ਇਸ ਚੀਜ਼ ਨੂੰ ਵੀ ਜਿਹੜਾ ਕੰਸੀਡਰ ਕੀਤਾ ਹੈਗਾ, ਕਿਉਂਕਿ ਅੱਗੇ ਹੋਰ ਤਫਤੀਸ਼ ਦੇ ਦੌਰਾਨ ਕਈ ਮੁਲਜ਼ਮ ਜਿਹੜੇ ਹੈਗੇ ਇਹਦੇ ਵਿੱਚ ਗ੍ਰਿਫਤਾਰ ਹੋਣੇ ਹੈ, ਕਈ ਤਰ੍ਹਾਂ ਦੀ ਜਿਹੜੀ ਸ਼ਹਾਦਤ ਹੈ ਉਹ ਇਕੱਠੀ ਕੀਤੀ ਜਾਣੀ ਹੈ, ਤਾਂ ਕਿ ਜਿਹੜਾ ਕੋਈ ਵੀ ਮੁਲਜ਼ਮ ਜਿਹੜਾ ਹੈਗਾ ਉਸ ਸ਼ਹਾਦਤ ਦੇ ਨਾਲ ਜਾਂ ਕਿਸੇ ਤਰ੍ਹਾਂ ਦੀ ਐਵੀਡੈਂਸ ਦੇ ਨਾਲ ਕੋਈ ਛੇੜਛਾੜ ਨਾ ਕਰ ਸਕੇ, ਜਾਂ ਉਹਦੇ ਉੱਤੇ ਆਪਣਾ ਕੋਈ ਪ੍ਰਭਾਵ ਦੇ ਨਾਲ ਕੋਈ ਉਹਨੂੰ ਡਿਸਟਰੋਏ ਨਾ ਕਰ ਸਕੇ। ਇਹਨਾਂ ਚੀਜ਼ਾਂ ਦੇ ਜਿਹੜਾ ਹੈਗਾ 14 ਦਿਨਾਂ ਬਾਅਦ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ 14 ਦਿਨਾਂ ਲਈ ਭੇਜਿਆ ਗਿਆ ਜੀ। ਉਸ ਤੋਂ ਬਾਅਦ ਫਿਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। 14 ਦਿਨਾਂ ਦਾ ਜਿਹੜਾ ਪ੍ਰੋਸੈਸ ਹੈ ਜਿਹੜਾ ਜੁਡੀਸ਼ੀਅਲ ਕਸਟਡੀ ਵਾਲਾ, ਉਹ ਐਜ਼ ਪਰ ਲਾਅ ਉਵੇਂ ਹੀ ਚੱਲਣਾ ਹੈਗਾ। ਬਟ ਇਹ ਫੈਸਲਾ ਜਿਹੜਾ ਅੱਜ ਅਦਾਲਤ ਵੱਲੋਂ ਬੇਲ ਦੀ ਅਰਜ਼ੀ ਦੇ ਉੱਤੇ ਸੁਣਾਇਆ ਗਿਆ, ਇਹਦੇ ਤਹਿਤ ਜਿਹੜਾ ਹੈਗਾ ਜਿਹੜੇ ਭਾਰਤ ਭੂਸ਼ਣ ਆਸ਼ੂ ਜੀ ਹੈ ਇਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਜਿਹੜੀ ਮਾਨਯੋਗ ਹਾਈ ਕੋਰਟ ਦਾ ਰੁਖ ਇਹ ਤੋਂ ਬਾਅਦ ਕਰਨਗੇ। ਥੈਂਕ ਯੂ। ਤੁਸੀਂ ਬਹਿਸ ਦੀ ਜਿਹੜੀ ਹੈ ਕੋਰਟ ਦੇ ਵਿੱਚ ਤਰੀਕ ਸੀ, ਕੀ ਕਹਿਣਾ ਚਾਹੋਗੇ? ਇਹ ਅੱਜ ਮੁਕੱਦਮਾ ਨੰਬਰ 180 10/7/21 ਅੰਡਰ ਸੈਕਸ਼ਨ 376 354 354 A 506 120 ਇਹਦੇ ਤਹਿਤ ਜੋ ਮੁਕੱਦਮਾ ਦਰਜ ਹੋਇਆ ਸੀ, ਉਹਦੇ ਵਿੱਚ ਮਿਸਟਰ ਬੈਂਸ ਦੇ ਅਰੈਸਟ ਹੋਣ ਤੋਂ ਬਾਅਦ ਉਹਨਾਂ ਨੇ ਬੇਲ ਐਪਲੀਕੇਸ਼ਨ ਅੱਜ ਲਾਈ ਸੀਗੀ ਲੁਧਿਆਣਾ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਦੇ ਪਾਸ। ਉਹਦੇ ਵਿੱਚ ਅੱਜ ਲੈਂਥੀ ਆਰਗੂਮੈਂਟ ਹੋਇਆ ਪ੍ਰੋਸੀਕਿਊਸ਼ਨ ਦਾ ਵੀ ਅਤੇ ਡਿਫੈਂਸ ਨੇ ਵੀ ਆਪਣੀ ਪਲੀਜ਼ ਰੱਖੀਆਂ, ਜੋ ਤਕਰੀਬਨ ਡੇਢ ਘੰਟੇ ਦੇ ਤਕਰੀਬਨ ਬਹਿਸ ਹੁੰਦੀ ਰਹੀ।
ਔਰ ਹੁਣ ਉਹਦਾ ਫੈਸਲਾ ਜੋ ਹੈਗਾ ਹਜੇ ਰਿਜ਼ਰਵ ਰੱਖਿਆ ਹੋਇਆ, ਹਜੇ ਕੋਈ ਫੈਸਲਾ ਨਹੀਂ ਆਇਆ। ਤੇ ਸਰ ਕੀ ਮਾਮਲਾ ਕੀ ਸੀ ਜਿਹੜਾ ਵੀ ਕੋਰਟ ਦੇ ਵਿੱਚ ਜਿਹੜਾ ਕੇਸ ਸੀ? ਇਹ ਜੋ ਮਾਮਲਾ ਹੈਗਾ, ਇੱਕ ਕੰਪਲੇਨੈਂਟ ਦੇ ਵੱਲੋਂ ਪੁਲਿਸ ਦੇ ਕੋਲ ਇੱਕ ਕੰਪਲੇਂਟ ਕੀਤੀ ਗਈ ਸੀ ਰੇਪ ਦੇ ਰਿਗਾਰਡਿੰਗ, ਤੇ ਉਸ ਦੇ ਵਿੱਚ ਫਿਰ ਜਿਹੜਾ ਹੈਗਾ ਉਸ ਐਪਲੀਕੇਸ਼ਨ ਉੱਤੇ ਜਦੋਂ ਕੁਝ ਨਹੀਂ ਕੋਈ ਐਕਸ਼ਨ ਹੋਇਆ ਸੀ, ਤੇ ਦੈਨ ਉਹਨਾਂ ਨੇ 156(3) ਦੇ ਤਹਿਤ ਮਾਨਯੋਗ ਅਦਾਲਤ ਵਿੱਚ ਰੁਖ ਕੀਤਾ, ਔਰ ਮਾਨਯੋਗ ਅਦਾਲਤ ਨੇ FIR ਰਜਿਸਟਰ ਕਰਨ ਦਾ ਹੁਕਮ ਕੀਤਾ ਸੀ, ਜਿਹਦੇ ਵਿੱਚ ਫਿਰ ਲੇਟਰ ਔਨ ਅਰੈਸਟ ਹੋ ਕੇ ਅਕਿਊਜ਼ ਦੀ ਅੱਜ ਉਹਦੇ ਵਿੱਚ ਫਿਰ ਬੇਲ ਐਪਲੀਕੇਸ਼ਨ ਉਹਨੇ ਲਗਾਈ ਸੀ, ਜਿਹਦੇ ਵਿੱਚ ਆਰਗੂ ਹੋਇਆ। ਤੇ ਸਰ ਕਿੰਨੇ ਬੰਦਿਆਂ ਦੇ ਮਾਮਲਾ ਦਰਜ ਸੀ? ਇਹ ਟੋਟਲ ਇਸ ਦੇ ਵਿੱਚ 7 ਮੁਲਜ਼ਮ ਸੀਗੇ, ਜਿਨ੍ਹਾਂ ਦੇ ਵਿੱਚ 2 ਦੀ ਬੇਲ ਹੋ ਚੁੱਕੀ ਹੈ, ਬਾਕੀ ਹਜੇ ਪੈਂਡਿੰਗ ਨੇ, 2 ਰਿਜੈਕਟ ਵੀ ਹੋ ਚੁੱਕੀਆਂ ਨੇ ਬੇਲ। ਧੰਨਵਾਦ। ਸਰ ਕਿਹੜੀ ਕੋਰਟ ਦਾ ਮਾਮਲਾ ਸੀ? ਅੱਜ ਵਾਲਾ ਹਾਂਜੀ ਅੱਜ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਦੇ ਹੋਇਆ ਹੈਗਾ, ਜਿਹੜਾ ਹੈਗਾ ਅਗਰਵਾਲ ਸਾਹਿਬ।